हाँ जी दोस्तों, स्वागत है तुहाडा अपने चैनल जी पटियाला तो। गुरु प्यारी साध संगत जी, राधा स्वामी जी। साध संगत जी, कुछ सਮਾं पहलां डेरा ਬਿਆਸ ਵਿੱਚ ਬਾਬਾ ਜੀ ਦਾ satsang ਸੀ ਤੇ ਸਾਰੀ ਸੰਗਤ ਬਾਬਾ ਜੀ ਦਾ satsang ਸੁਣਨ ਦੇ ਲਈ ਪੰਡਾਲ ਵਿੱਚ ਪਹੁੰਚ ਰਹੀ ਸੀ ਤੇ ਸੰਗਤ ਦਾ ਰਸ਼ ਬਹੁਤ ਜ਼ਿਆਦਾ ਸੀ। ਸੰਗਤ ਦਾ ਰਸ਼ ਜ਼ਿਆਦਾ ਹੋਣ ਕਰਕੇ ਸਾਰੇ ਸੇਵਾਦਾਰ ਜਲਦੀ ਸੰਗਤ ਨੂੰ ਬਿਠਾ ਰਹੇ ਸਨ ਤੇ ਉੱਥੇ ਪੰਡਾਲ ਦੇ ਵਿੱਚ ਬਾਬਾ ਜੀ ਦੀ ਸਟੇਜ ਦੇ ਕੋਲ ਇੱਕ ਬੀਬੀ ਸੇਵਾ ਕਰ ਰਹੀ ਸੀ ਤੇ ਉਸ ਬੀਬੀ ਦੀ ਸੇਵਾ ਬਾਬਾ ਜੀ ਦੀ ਸਟੇਜ ਤੋਂ ਥੋੜੀ ਦੂਰ ਲੱਗੀ ਹੋਈ ਸੀ ਤੇ ਉਹ ਬੀਬੀ ਸੰਗਤ ਨੂੰ ਬਿਠਾਉਣ ਦੀ ਸੇਵਾ ਤੇ ਚੁੱਪ ਕਰਾਉਣ ਦੀ ਸੇਵਾ ਕਰ ਰਹੀ ਸੀ। ਜਿੱਥੇ ਉਹ ਬੀਬੀ ਸੇਵਾ ਕਰ ਰਹੀ ਸੀ ਉਸ ਜਗ੍ਹਾ ਤੇ ਇੱਕ ਹੋਰ ਬੀਬੀ ਨੂੰ ਸੇਵਾ ਕਰਨ ਲਈ ਭੇਜ ਦਿੱਤਾ ਗਿਆ। ਜਦੋਂ ਪਹਿਲੇ ਵਾਲੀ ਬੀਬੀ ਸੇਵਾ ਕਰਦੀ ਥੋੜੀ ਅੱਗੇ ਵੱਲ ਨੂੰ ਚਲੀ ਗਈ ਤਾਂ ਦੂਸਰੀ ਬੀਬੀ ਉਸ ਦੀ ਜਗ੍ਹਾ ਤੇ ਆ ਕੇ ਖੜੀ ਹੋ ਗਈ ਤੇ ਉੱਥੇ ਹੀ ਸੇਵਾ ਕਰਨ ਲੱਗ ਪਈ। ਤੇ ਜਦੋਂ ਪਹਿਲੇ ਵਾਲੀ ਬੀਬੀ ਆਪਣੀ ਜਗ੍ਹਾ ਤੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਇੱਥੇ ਤਾਂ ਕੋਈ ਹੋਰ ਬੀਬੀ ਮੇਰੀ ਜਗ੍ਹਾ ਤੇ ਖੜ ਕੇ ਸੇਵਾ ਕਰ ਰਹੀ ਹੈ। ਤਾਂ ਉਹ ਪਹਿਲੇ ਵਾਲੀ ਬੀਬੀ ਉਸ ਬੀਬੀ ਨੂੰ ਕਹਿਣ ਲੱਗੀ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ, ਇੱਥੇ ਮੇਰੀ ਸੇਵਾ ਪਹਿਲਾਂ ਤੋਂ ਲੱਗੀ ਹੋਈ ਹੈ, ਤੁਸੀਂ ਅੱਗੇ ਕਿਤੇ ਹੋਰ ਜਾ ਕੇ ਖੜੇ ਹੋ ਜਾਵੋ, ਉੱਥੇ ਸੇਵਾ ਕਰ ਲਵੋ। ਤੇ ਉਹ ਦੂਸਰੀ ਬੀਬੀ ਕਹਿਣ ਲੱਗੀ ਮੈਨੂੰ ਜਥੇਦਾਰ ਸਾਹਿਬ ਨੇ ਕਿਹਾ ਇੱਥੇ ਸੇਵਾ ਕਰਨ ਨੂੰ, ਕਿਉਂਕਿ ਸੰਗਤ ਦਾ ਰਸ਼ ਇੱਥੇ ਜ਼ਿਆਦਾ ਹੈ, ਇਸ ਲਈ ਮੈਨੂੰ ਇੱਥੇ ਭੇਜਿਆ ਹੈ। ਤੇ ਪਹਿਲੇ ਵਾਲੀ ਬੀਬੀ ਕਹਿਣ ਲੱਗੀ ਨਹੀਂ ਭੈਣ, ਐਵੇਂ ਕਿਵੇਂ ਹੋ ਸਕਦਾ, ਜਦੋਂ ਮੈਂ ਇੱਥੇ ਸਵੇਰ ਦੀ ਸੇਵਾ ਕਰ ਰਹੀ ਹਾਂ। ਇਹ ਦੇਖ ਮੇਰੇ ਕੋਲ ਬੈਚ ਵੀ ਹੈਗਾ ਤੇ ਇਸ ਬੈਚ ਉੱਤੇ ਨੰਬਰ ਵੀ ਹੈਗਾ, ਫਿਰ ਤੂੰ ਮੇਰੀ ਜਗ੍ਹਾ ਤੇ ਖੜੇ ਹੋ ਕੇ ਕਿਵੇਂ ਸੇਵਾ ਕਰ ਸਕਦੀ ਹੈ। ਤੇ ਦੂਸਰੀ ਬੀਬੀ ਕਹਿਣ ਲੱਗੀ ਨਹੀਂ ਭੈਣ, ਮੈਨੂੰ ਜਥੇਦਾਰ ਜੀ ਨੇ ਕਿਹਾ, ਮੈਂ ਇਸ ਲਈ ਇੱਥੇ ਸੇਵਾ ਕਰਨ ਆਈ ਹਾਂ, ਬਾਕੀ ਮੈਨੂੰ ਨਹੀਂ ਪਤਾ, ਮੈਂ ਤਾਂ ਇੱਥੇ ਹੀ ਸੇਵਾ ਕਰਾਂਗੀ। ਤੇ ਹੌਲੀ ਹੌਲੀ ਉਹਨਾਂ ਵਿੱਚ ਬਹਿਸ ਹੋਣ ਲੱਗ ਪਈ ਤੇ ਉਹ ਦੋਨੇ ਬੀਬੀਆਂ ਇੱਕ ਦੂਜੇ ਨਾਲ ਬਹਿਸਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਉਹਨਾਂ ਨੂੰ ਲੜਦੇ ਵੇਖ ਹੋਰ ਸੇਵਾਦਾਰ ਵੀ ਉਹਨਾਂ ਦੇ ਕੋਲ ਆ ਗਏ ਤੇ ਸੇਵਾਦਾਰ ਉਹਨਾਂ ਨੂੰ ਲੜਦੇ ਵੇਖ ਬੋਲਣ ਲੱਗੇ ਕਿ ਇੱਥੇ ਸੰਗਤ ਦੀ ਭੀੜ ਇੰਨੀ ਜ਼ਿਆਦਾ ਹੈ ਤੇ ਤੁਸੀਂ ਆਪਸ ਵਿੱਚ ਲੜਾਈ ਕਰ ਰਹੀਆਂ ਹੋ, ਤੁਸੀਂ ਇੱਥੇ ਸੇਵਾ ਕਰਨ ਆਈਆਂ ਹੋ ਜਾਂ ਇੱਕ ਦੂਜੇ ਨਾਲ ਲੜਨ। ਜੇ ਤੁਹਾਨੂੰ ਸੈਕਟਰੀ ਸਾਹਿਬ ਨੇ ਲੜਾਈ ਕਰਦੇ ਦੇਖ ਲਿਆ ਤਾਂ ਉਹ ਤੁਹਾਡੇ ਉੱਪਰ ਤਾਂ ਗੁੱਸਾ ਹੋਣਗੇ ਹੀ, ਨਾਲ ਸਾਡੇ ਤੇ ਵੀ ਹੋਣਗੇ। ਪਰ ਉਹ ਦੋਨੇ ਬੀਬੀਆਂ ਆਪਣੀ ਜਿੱਦ ਤੇ ਅੜੀਆਂ ਹੋਈਆਂ ਸਨ। ਉਹਨਾਂ ਨੇ ਸੇਵਾਦਾਰਾਂ ਦੀ ਕੋਈ ਗੱਲ ਨਾ ਸੁਣੀ, ਬਸ ਲੜਾਈ ਕਰੀ ਜਾ ਰਹੀਆਂ ਸਨ ਤੇ ਉਹਨਾਂ ਦੀ ਲੜਾਈ ਦੀ ਗੱਲ ਸੈਕਟਰੀ ਸਾਹਿਬ ਤੱਕ ਪਹੁੰਚ ਜਾਂਦੀ ਹੈ ਤੇ ਸੈਕਟਰੀ ਸਾਹਿਬ ਵੀ ਉੱਥੇ ਆ ਗਏ। ਸੈਕਟਰੀ ਸਾਹਿਬ ਨੇ ਉਹਨਾਂ ਦੋਨਾਂ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਬੀਬੀਆਂ ਨੇ ਸੈਕਟਰੀ ਸਾਹਿਬ ਦੀ ਵੀ ਕੋਈ ਗੱਲ ਨਾ ਸੁਣੀ, ਉਲਟਾ ਸੈਕਟਰੀ ਸਾਹਿਬ ਨੂੰ ਹੀ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਫਿਰ ਸੈਕਟਰੀ ਸਾਹਿਬ ਕਹਿਣ ਲੱਗੇ ਜੇਕਰ ਤੁਸੀਂ ਚੁੱਪ ਨਹੀਂ ਕਰਨਾ ਤਾਂ ਇਸ ਪੰਡਾਲ ਤੋਂ ਬਾਹਰ ਚਲੇ ਜਾਓ, ਤੁਹਾਡੇ ਕਰਕੇ ਹੋਰ ਸੰਗਤ ਨੂੰ ਵੀ ਪਰੇਸ਼ਾਨੀ ਆ ਰਹੀ ਹੈ। ਤੇ ਉਸ ਸਮੇਂ ਬਾਬਾ ਜੀ ਸਟੇਜ ਤੇ ਨਹੀਂ ਆਏ ਸਨ ਤੇ ਸੈਕਟਰੀ ਸਾਹਿਬ ਉਹਨਾਂ ਦੋਨਾਂ ਬੀਬੀਆਂ ਨੂੰ ਪੰਡਾਲ ਦੇ ਬਾਹਰ ਸਟੇਜ ਦੇ ਪਿੱਛੇ ਲੈ ਕੇ ਚਲੇ ਜਾਂਦੇ ਹਨ। ਪਰ ਉਹ ਬੀਬੀਆਂ ਉੱਥੇ ਵੀ ਇੱਕ ਦੂਜੇ ਨੂੰ ਬੁਰਾ ਭਲਾ ਬੋਲ ਰਹੀਆਂ ਹੁੰਦੀਆਂ ਹਨ ਤੇ ਉਸ ਸਮੇਂ ਬਾਬਾ ਜੀ ਆ ਰਹੇ ਸਨ ਸਟੇਜ ਤੇ ਜਾਣ ਲਈ। ਬਾਬਾ ਜੀ ਨੇ ਉਹਨਾਂ ਦੋਨਾਂ ਬੀਬੀਆਂ ਨੂੰ ਲੜਦੇ ਵੇਖਿਆ ਤੇ ਸੈਕਟਰੀ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਭਾਈ ਕੀ ਗੱਲ ਹੋ ਗਈ ਹੈ। ਤਾਂ ਸੈਕਟਰੀ ਸਾਹਿਬ ਨੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਪਰ ਸੈਕਟਰੀ ਸਾਹਿਬ ਨੂੰ ਇਹ ਗੱਲ ਦੱਸਦੇ ਹੋਏ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਤਾਂ ਬਾਬਾ ਜੀ ਨੇ ਸੈਕਟਰੀ ਸਾਹਿਬ ਨੂੰ ਕਿਹਾ ਉਹਨਾਂ ਦੋਨਾਂ ਸੇਵਾਦਾਰ ਬੀਬੀਆਂ ਨੂੰ ਮੇਰੇ ਕੋਲ ਲੈ ਕੇ ਆਵੋ। ਜਦੋਂ ਉਹ ਦੋਨੇ ਬੀਬੀਆਂ ਬਾਬਾ ਜੀ ਕੋਲ ਆਈਆਂ ਤਾਂ ਉਹ ਬੀਬੀਆਂ ਬਾਬਾ ਜੀ ਨੂੰ ਦੇਖ ਕੇ ਸ਼ਰਮਿੰਦਾ ਹੋ ਗਈਆਂ ਤੇ ਬਾਬਾ ਜੀ ਕਹਿਣ ਲੱਗੇ ਭਾਈ ਤੁਸੀਂ ਸੇਵਾਦਾਰ ਹੋ, ਤੁਸੀਂ ਸੰਗਤ ਦਾ ਧਿਆਨ ਰੱਖਣਾ, ਸੰਗਤ ਨੂੰ ਚੁੱਪ ਕਰਾਉਣਾ, ਪਰ ਤੁਸੀਂ ਤਾਂ ਆਪਸ ਵਿੱਚ ਹੀ ਲੜਾਈ ਕਰ ਰਹੀਆਂ ਹੋ। ਤਾਂ ਉਹ ਦੋਨੇ ਬੀਬੀਆਂ ਬਾਬਾ ਜੀ ਤੋਂ ਮਾਫੀ ਮੰਗਣ ਲੱਗੀਆਂ। ਤਾਂ ਬਾਬਾ ਜੀ ਕਹਿਣ ਲੱਗੇ ਭਾਈ ਸੇਵਾਦਾਰ ਦਾ ਕੀ ਮਤਲਬ ਹੈ, ਤੁਹਾਨੂੰ ਇਹੀ ਨਹੀਂ ਪਤਾ, ਤੁਹਾਨੂੰ ਆਪਸ ਵਿੱਚ ਲੜਦੇ ਵੇਖ ਕੇ ਇੱਥੇ ਆਈ ਸੰਗਤ ਕੀ ਸੋਚੇਗੀ, ਤੁਹਾਨੂੰ ਲੜਦੇ ਵੇਖ ਉਹਨਾਂ ਤੇ ਕੀ ਪ੍ਰਭਾਵ ਪਵੇਗਾ। ਤੇ ਉਹ ਬੀਬੀਆਂ ਦੋਨੇ ਹੱਥ ਜੋੜ ਕੇ ਕਹਿਣ ਲੱਗੀਆਂ ਬਾਬਾ ਜੀ ਸਾਡੇ ਤੋਂ ਗਲਤੀ ਹੋ ਗਈ। ਤਾਂ ਬਾਬਾ ਜੀ ਨੇ ਕਿਹਾ ਬੇਟਾ ਇਹ ਸਾਰਾ ਡੇਰਾ ਸੇਵਾਦਾਰ ਚਲਾਉਂਦੇ ਹਨ, ਸੇਵਾਦਾਰ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਡੇਰਾ ਬਿਆਸ ਸੇਵਾ ਆਉਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਇਕੱਲੀ ਡਿਊਟੀ ਕਰਨੀ ਹੈ, ਤੁਸੀਂ ਆਪਣੇ ਨਾਲ ਹੋਰ ਸੰਗਤ ਨੂੰ ਇਹ ਵੀ ਸਿੱਖਿਆ ਦੇਣੀ ਹੈ ਕਿ ਸੇਵਾ ਕਿਵੇਂ ਕਰੀ ਜਾਂਦੀ ਹੈ, ਸੇਵਾ ਦਾ ਕੀ ਮਤਲਬ ਹੈ। ਤੇ ਆਪਣਾ ਡੇਰਾ ਤਾਂ ਡਿਸਪਲਿਨ ਲਈ ਜਾਣਿਆ ਜਾਂਦਾ ਹੈ। ਤੇ ਉਹ ਦੋਨੇ ਬੀਬੀਆਂ ਰੋਣ ਲੱਗ ਪਈਆਂ। ਤਾਂ ਬਾਬਾ ਜੀ ਨੇ ਕਿਹਾ ਬੇਟਾ ਰੋਣਾ ਨਹੀਂ, ਆਪਣੀ ਆਪਣੀ ਸੇਵਾ ਕਰਨੀ ਹੈ। ਜੇਕਰ ਤੁਸੀਂ ਵਧੀਆ ਸੇਵਾ ਕਰੋਗੇ ਤੇ ਸੰਗਤ ਦਾ ਧਿਆਨ ਰੱਖੋਗੇ ਤਾਂ ਸਾਰੀ ਸੰਗਤ ਤੁਹਾਡੇ ਨਾਲ ਮੈਨੂੰ ਵੀ ਚੰਗਾ ਕਹੇਗੀ। ਜੇਕਰ ਤੁਸੀਂ ਲੜਾਈ ਕਰੋਗੇ ਤਾਂ ਸਾਰੇ ਇਹੀ ਕਹਿਣਗੇ ਜਿਵੇਂ ਦੇ ਸੇਵਾਦਾਰ ਹਨ ਇਹਨਾਂ ਦਾ ਬਾਬਾ ਵੀ ਇਹਨਾਂ ਵਰਗਾ ਹੋਣਾ।
ਬਾਬਾ ਜੀ ਸੇਵਾ ਬਾਰੇ ਬਹੁਤ ਖੁੱਲ੍ਹ ਕੇ ਸਮਝਾਉਂਦੇ ਹਨ। ਸੇਵਾ ਅੰਦਰਲੇ ਮਾਰਗ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਹਰ ਤਰ੍ਹਾਂ ਦੀ ਸੇਵਾ ਦਾ ਮਹੱਤਵ ਮਨ ਨੂੰ ਪਰਮਾਤਮਾ ਵੱਲ ਮੋੜਨਾ ਹੈ। ਸੇਵਾ ਮਨ ਨੂੰ ਆਪਣਾ ਰੁੱਖ ਜਗਤ ਤੋਂ ਜਗਦੀਸ਼ ਵੱਲ ਮੋੜਨ ਵਿੱਚ ਮਦਦ ਕਰਦੀ ਹੈ। ਹੌਲੀ ਹੌਲੀ ਸੇਵਾ ਮਨ ਨੂੰ ਪਰਮਾਤਮਾ ਦੇ ਪ੍ਰੇਮ ਨਾਲ ਸਰਾਬਰ ਕਰਦੀ ਹੈ, ਮਨ ਨੂੰ ਨਿਰਮਲ ਅਤੇ ਪਵਿੱਤਰ ਕਰ ਦਿੰਦੀ ਹੈ ਅਤੇ ਇਸ ਨੂੰ ਸੱਚੇ ਸ਼ਬਦ ਨਾਲ ਜੁੜਨ ਦੇ ਕਾਬਲ ਬਣਾ ਦਿੰਦੀ ਹੈ। ਆਪ ਉਦਾਹਰਨ ਦੇ ਕੇ ਸਮਝਾਉਂਦੇ ਹਨ। ਜਿਸ ਭਾਂਡੇ ਵਿੱਚ ਦੁੱਧ ਜਾਂ ਕੋਈ ਹੋਰ ਪਦਾਰਥ ਪਾਉਣਾ ਹੋਵੇ, ਪਹਿਲਾਂ ਉਸ ਨੂੰ ਸਾਫ਼ ਕਰਨਾ ਪੈਂਦਾ ਹੈ, ਨਹੀਂ ਤਾਂ ਉਸ ਵਿੱਚ ਜੋ ਵੀ ਪਾਉਂਦੇ ਹਾਂ ਉਹ ਵੀ ਗੰਦਾ ਹੋ ਜਾਂਦਾ ਹੈ। ਇਸ ਲਈ ਸੇਵਾ ਦਾ ਮਹੱਤਵ ਮਨ ਨੂੰ ਸਾਫ਼ ਕਰਨਾ ਹੈ, ਤਾਂ ਜੋ ਆਪਣੀ ਸੁਰਤ ਨੂੰ ਅੱਖਾਂ ਦੇ ਕੇਂਦਰ ਉੱਤੇ ਵਾਪਸ ਲਿਆ ਕੇ ਅੰਦਰ ਸ਼ਬਦ ਜਾਂ ਨਾਮ ਨਾਲ ਜੋੜਿਆ ਜਾ ਸਕੇ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣਾ ਸਾਰਾ ਜੀਵਨ ਦੂਸਰਿਆਂ ਦੇ ਪਿਆਰ ਅਤੇ ਦੂਸਰਿਆਂ ਦੀ ਸੇਵਾ ਵਿੱਚ ਬਿਤਾ ਦਿੰਦੇ ਹਨ। ਅਸੀਂ ਸਦਾ ਪਰਿਵਾਰ, ਦੋਸਤਾਂ, ਨੌਕਰੀ ਦੇਣ ਵਾਲੇ ਮਾਲਕਾਂ, ਜਾਤ ਬਰਾਦਰੀ, ਕੌਮ ਅਤੇ ਲੋੜਵੰਦ ਅਜਨਬੀਆਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਾਂ। ਸਾਡਾ ਪ੍ਰੇਮ, ਖਿਆਲ ਅਤੇ ਸੇਵਾ ਦਾ ਰੁਖ ਬਾਹਰ ਵੱਲ ਰਹਿੰਦਾ ਹੈ। ਸੰਤ ਮਹਾਤਮਾ ਸਾਡੇ ਜੀਵਨ ਵਿੱਚ ਆਉਂਦੇ ਹਨ ਅਤੇ ਸਾਡੀ ਚੇਤਨਾ ਅਤੇ ਸੋਝੀ ਨੂੰ ਵਿਕਸਿਤ ਕਰਦੇ ਹਨ। ਉਹ ਸਮਝਾਉਂਦੇ ਹਨ ਕਿ ਪ੍ਰੇਮ ਅਤੇ ਸੇਵਾ ਦੋਹਾਂ ਲਈ ਦੋ ਖੇਤਰ ਹਨ, ਅੰਦਰਲਾ ਅਤੇ ਬਾਹਰਲਾ। ਬਾਈਬਲ ਵਿੱਚ ਇਸ ਵਿਚਾਰ ਉੱਤੇ ਬਹੁਤ ਸੁੰਦਰ ਢੰਗ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਇੱਕ ਵਾਰ ਇੱਕ ਜਗਿਆਸੂ ਨੇ ਹਜ਼ਰਤ ਈਸ਼ਾ ਨੂੰ ਪੁੱਛਿਆ, ਸ੍ਰਿਸ਼ਟੀ ਦੇ ਕਾਨੂੰਨ ਦੇ ਮੁਤਾਬਕ ਸਭ ਤੋਂ ਵੱਡਾ ਆਦੇਸ਼ ਕੀ ਹੈ? ਹਜ਼ਰਤ ਈਸ਼ਾ ਨੇ ਯਹੂਦੀ ਬਾਈਬਲ ਦੇ ਹਵਾਲੇ ਨਾਲ ਕਿਹਾ, ਤੁਸੀਂ ਆਪਣੇ ਮਾਲਕ ਨੂੰ, ਪਰਮਾਤਮਾ ਨੂੰ ਪੂਰੇ ਦਿਲੋਂ, ਜਾਨ ਅਤੇ ਮਨ ਨਾਲ ਪ੍ਰੇਮ ਕਰੋ। ਪਹਿਲਾ ਅਤੇ ਮੁੱਖ ਉਦੇਸ਼ ਇਹੋ ਹੈ ਅਤੇ ਉਹਦੇ ਵਾਂਗ ਇਹ ਦੂਸਰਾ ਵੀ ਹੈ ਕਿ ਤੁਸੀਂ ਆਪਣੇ ਗੁਆਂਢੀ ਨੂੰ ਉਸੇ ਤਰ੍ਹਾਂ ਪ੍ਰੇਮ ਕਰੋ ਜਿਸ ਤਰ੍ਹਾਂ ਆਪਣੇ ਆਪ ਨੂੰ ਕਰਦੇ ਹੋ। ਇੱਕ ਸਵਾਲ ਹਰੇਕ ਸਤਸੰਗੀ ਦੇ ਦਿਲ ਵਿੱਚ ਆਉਂਦਾ ਹੈ ਕਿ ਅਸੀਂ ਕਿਸ ਦੀ ਸੇਵਾ ਕਰਨੀ ਹੈ। ਇਸ ਸਵਾਲ ਦਾ ਜਵਾਬ ਹੈ, ਅਸੀਂ ਸੱਚੇ ਗੁਰੂ ਦੀ ਸੇਵਾ ਕਰਨੀ ਹੈ। ਸਾਨੂੰ ਪਰਮਾਤਮਾ ਦੇ ਪਿਆਰੇ ਸਾਧੂ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਨਾ ਧਨ ਦੌਲਤ ਨਾ ਅਹੁਦਾ ਇਸ ਦੀ ਬਰਾਬਰੀ ਕਰ ਸਕਦਾ ਹੈ। ਸੰਤ ਮਹਾਤਮਾ ਮਾਲਕ ਦੇ ਨਾਮ ਦੇ ਭੰਡਾਰੀ ਹੁੰਦੇ ਹਨ। ਇਸ ਲਈ ਜੇ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸੇਵਾ ਦਾ ਮਤਲਬ ਹੈ ਕਿਸੇ ਦੀ ਸੇਵਾ ਕਰਨਾ, ਇਸ ਲਈ ਅਸੀਂ ਆਪਣੀ ਹੀ ਸੇਵਾ ਕਰ ਰਹੇ ਹੁੰਦੇ ਹਾਂ। ਇਹ ਸੂਰਤ ਦੀ ਸੇਵਾ ਹੈ। ਇਸ ਵੇਲੇ ਸਾਨੂੰ ਇਹ ਸੋਝੀ ਨਹੀਂ ਕਿ ਸਾਡਾ ਅਸਲ ਆਪਾ ਸਾਡੀ ਆਤਮਾ ਹੈ। ਅਸੀਂ ਆਪਣੀ ਹਉਮੈ, ਆਪਣੇ ਸਰੀਰ, ਆਪਣੇ ਮਨ ਨੂੰ ਹੀ ਆਪਣਾ ਅਸਲ ਆਪਾ ਸਮਝ ਰਹੇ ਹਾਂ। ਇਹ ਸੋਝੀ ਹੋ ਜਾਣਾ ਵੀ ਸੇਵਾ ਹੈ ਕਿ ਆਤਮਾ ਸੱਚ ਹੈ ਅਤੇ ਸਰੀਰ ਜਾਂ ਹਉਮੈ ਸੱਚ ਨਹੀਂ ਹੈ। ਇਸ ਤਰ੍ਹਾਂ ਅਸੀਂ ਆਪਣੇ ਆਪ ਉੱਤੇ ਦਇਆ ਕਰ ਰਹੇ ਹਾਂ, ਆਪਣੀ ਆਤਮਾ ਉੱਤੇ ਦਇਆ ਕਰ ਰਹੇ ਹਾਂ। ਆਤਮਾ ਨੇ ਅੰਤ ਵਿੱਚ ਪਰਮਾਤਮਾ ਬਣ ਜਾਣਾ, ਇਸ ਲਈ ਇਸ ਸੇਵਾ ਨੂੰ ਪਰਮਾਤਮਾ ਦੀ ਸੇਵਾ ਵੀ ਕਿਹਾ ਜਾਂਦਾ ਹੈ। ਸੇਵਾ ਸਾਨੂੰ ਵਰਤਮਾਨ ਪਲ ਵਿੱਚ ਰਹਿਣਾ ਸਿਖਾਉਂਦੀ ਹੈ। ਕਈ ਵਾਰ ਅਸੀਂ ਸੇਵਾ ਕਰਦੇ ਹੋਏ ਇੰਨੇ ਮਗਨ ਹੋ ਜਾਂਦੇ ਹਾਂ ਕਿ ਸਾਨੂੰ ਆਪਣੀ ਸੁੱਧ ਬੁੱਧ ਨਹੀਂ ਰਹਿੰਦੀ। ਅਸੀਂ ਆਪਣੇ ਸਰੀਰਕ ਦੁੱਖਾਂ, ਪੀੜਾਂ ਅਤੇ ਚਿੰਤਾਵਾਂ ਨੂੰ ਭੁੱਲ ਜਾਂਦੇ ਹਾਂ। ਅਸੀਂ ਸਾਰੀ ਥਕਾਨ ਭੁੱਲ ਜਾਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਿੰਨੇ ਅਹਿਮ ਹਾਂ ਅਤੇ ਸਾਨੂੰ ਮਿਲੀ ਹੋਈ ਸੇਵਾ ਵਿੱਚ ਪੂਰੀ ਤਰ੍ਹਾਂ ਰੁੱਝ ਜਾਣ ਨਾਲ ਖੁਸ਼ੀ ਮਿਲਦੀ ਹੈ। ਇਸ ਨਾਲ ਸਾਨੂੰ ਸਕੂਨ ਵੀ ਮਿਲਦਾ ਹੈ ਅਤੇ ਮਨ ਨੂੰ ਥੋੜ੍ਹੀ ਦੇਰ ਸ਼ਾਂਤੀ ਹੋ ਜਾਂਦੀ ਹੈ। ਮਨ ਵਿੱਚ ਸਬਰ ਆ ਜਾਂਦਾ ਹੈ ਅਤੇ ਸੋਚ ਸਪਸ਼ਟ ਹੋ ਜਾਂਦੀ ਹੈ। ਸਾਨੂੰ ਸਾਥੀ ਸੇਵਾਦਾਰਾਂ ਦੇ ਸਾਥ ਵਿੱਚੋਂ ਖੁਸ਼ੀ ਮਿਲਦੀ ਹੈ। ਸਾਲਾਂ ਬੱਧੀ ਸੇਵਾ ਦੌਰਾਨ ਆਪਣੇ ਸਾਥੀ ਸੇਵਾਦਾਰ ਨਾਲ ਬਿਤਾਏ ਖੁਸ਼ੀ ਦੇ ਪਲ ਅਤੇ ਅਨੁਭਵ ਸਾਡੇ ਲਈ ਅਨਮੋਲ ਬਣ ਜਾਂਦੇ ਹਨ। ਜੇ ਸਾਨੂੰ ਸੇਵਾ ਦਾ ਮੌਕਾ ਨਾ ਮਿਲਦਾ ਤਾਂ ਸਾਨੂੰ ਇੰਨੇ ਚੰਗੇ ਸਾਥੀ ਨਾਲ ਅਜਿਹੇ ਵਰਤਮਾਨ ਵਿੱਚ ਸਮਾਂ ਬਿਤਾਉਣ ਅਤੇ ਪ੍ਰੇਮ ਅਤੇ ਦੋਸਤੀ ਦੇ ਅਜਿਹੇ ਪਲ ਆਪਸ ਵਿੱਚ ਸਾਂਝੇ ਕਰਨ ਦਾ ਮੌਕਾ ਕਿਵੇਂ ਮਿਲਦਾ। ਜਦੋਂ ਇੱਕ ਵਾਰ ਸੇਵਾ ਦੀ ਮਿਠਾਸ ਆਉਣ ਲੱਗਦੀ ਹੈ, ਅਸੀਂ ਹੋਰ ਵੱਧ ਸੇਵਾ ਕਰਨੀ ਚਾਹੁੰਦੇ ਹਾਂ। ਸੰਤ ਸਤਿਗੁਰੂ ਬਾਰ-ਬਾਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਜਾਤ-ਪਾਤ, ਧਰਮ, ਮਜ਼ਹਬ, ਛੋਟੇ ਵੱਡੇ, ਉੱਚੇ ਨੀਵੇਂ ਦੇ ਹਰ ਤਰ੍ਹਾਂ ਦੇ ਭੇਦਭਾਵ ਭੁਲਾ ਕੇ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰਦੇ ਸਮੇਂ ਨਾ ਕੋਈ ਰਾਜਾ ਹੈ, ਨਾ ਰੰਕ, ਨਾ ਕੋਈ ਵੱਡਾ ਹੈ, ਨਾ ਛੋਟਾ, ਨਾ ਕੋਈ ਅਧਿਕਾਰੀ ਹੈ, ਨਾ ਮਜ਼ਦੂਰ। ਸਤਿਗੁਰੂ ਦੇ ਪ੍ਰੇਮ ਦੇ ਸਮੁੰਦਰ ਵਿੱਚ ਸਿਰਫ ਨਿਮਾਣੇ, ਨਿਤਾਣੇ, ਨਿਮਰਤਾ ਦੇ ਪੁੰਜ ਅਜਿਹੇ ਜੀਵਾਂ ਲਈ ਥਾਂ ਹੈ ਜੋ ਬਗੈਰ ਕਿਸੇ ਸ਼ਰਤ ਦੇ ਸ਼ਰਨ ਵਿੱਚ ਆ ਜਾਂਦੇ ਹਨ। ਸੇਵਾ ਹੀ ਉਹ ਜਗ੍ਹਾ ਹੈ ਜਿੱਥੇ ਉਹਦਾ ਕੋਈ ਅਰਥ ਨਹੀਂ ਰੱਖਦਾ। ਸੇਵਾ ਵਿੱਚ ਤਰੱਕੀ ਦੀ ਆਸ ਰੱਖਣਾ ਜਾਂ ਆਪਣੀ ਪਛਾਣ ਬਣਾਉਣਾ ਕੋਈ ਅਰਥ ਨਹੀਂ ਰੱਖਦਾ। ਸੇਵਾ ਵਿੱਚ ਮਹੱਤਵ ਹੈ ਤਾਂ ਸਿਰਫ ਸਾਡੀ ਇਨਸਾਨੀਅਤ ਦਾ, ਸ਼ਰਧਾ ਭਾਵ, ਪ੍ਰੇਮ, ਪਿਆਰ ਅਤੇ ਹੁਕਮ ਮੰਨਣ ਦੇ ਭਾਵ ਦਾ। ਸੋ ਸਾਧ ਸੰਗਤ ਜੀ,
ਆਪਾਂ ਸਭ ਬਹੁਤ ਭਾਗਾਂ ਵਾਲੇ ਹਾਂ ਜੋ ਸਾਨੂੰ ਇਸ ਸੱਚੇ ਸਤਿਗੁਰੂ ਦੀ ਸੇਵਾ ਮਿਲੀ ਹੈ। ਸਾਨੂੰ ਸੇਵਾ ਬਹੁਤ ਇਮਾਨਦਾਰੀ ਤੇ ਨਿਮਰਤਾ ਨਾਲ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਐਵੇਂ ਦੀ ਕੋਈ ਹੋਰ ਨਵੀਂ ਵੀਡੀਓ 'ਚ। ਰਾਧਾ ਸੋਮੀ ਜੀ।